ਕਲਗੀਆਂ ਵਾਲੇ ਪਾਤਸ਼ਾਹ ਇੱਕ ਅਸਚਰਜ ਤੇ ਵਿਸਮਾਦੀ ਰੰਗ ਵਿੱਚ ਰੰਗੇ ਗਏ। ਆਖਿਆ, ਗੁਰੂ ਖਾਲਸਾ ਜੀ, ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਮੁੜ ਆਵਾਂਗੇ ਜਦੋਂ ਮੇਰਾ ਖਾਲਸਾ ਪੰਥ ਜਾਹੋ ਜਲਾਲ ਦੇ ਸਹਿਤ ਸ੍ਰੀ ਆਨੰਦਪੁਰ ਸਾਹਿਬ ਆ ਕੇ ਹੋਲੇ ਮਹੱਲੇ ਦਾ ਸਮਾਗਮ ਮਨਾਇਆ ਕਰੇਗਾ। ਮੇਰੇ ਸਿੰਘ ਮਹੱਲੇ ਤੇ ਚੜ੍ਹਿਆ ਕਰਨਗੇ ਤਿਆਰ ਬਰ ਤਿਆਰ ਹੋ ਕੇ, ਸ਼ਸਤਰਧਾਰੀ ਹੋ ਕੇ। ਜਦੋਂ ਮੇਰਾ ਖਾਲਸਾ ਪੂਰੇ ਬਾਣੀ ਬਾਣੇ ਦੇ ਵਿੱਚ ਪਰਪੱਕ ਹੋ ਕੇ ਨਿਸ਼ਾਨਾ ਨਗਾਰਿਆਂ ਦੇ ਥੱਲੇ ਮਹੱਲੇ ਤੇ ਚੜ੍ਹਿਆ ਕਰੇਗਾ, ਉਸ ਵੇਲੇ ਹੋਲੇ ਮਹੱਲੇ ਦੇ ਸਮਾਗਮ ਵਿੱਚ ਅਸੀਂ ਵੀ ਆਇਆ ਕਰਾਂਗੇ ਤੇ ਸਾਡੇ ਚਾਰੇ ਸਾਹਿਬਜ਼ਾਦੇ ਵੀ ਹਾਜ਼ਰੀ ਭਰਿਆ ਕਰਨਗੇ। ਇਹ ਬਚਨ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਹੇ, ਜੋ ਅੱਜ ਪ੍ਰਤੱਖ ਵਰਤਦੇ ਨੇ। ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਸਮਾਗਮ ਮਨਾਉਣ ਵਾਸਤੇ ਜਦੋਂ ਪੂਰਾ ਗੁਰੂ ਖਾਲਸਾ ਪੰਥ ਪਹੁੰਚਦਾ ਹੈ, ਆਹ ਨੀਲੇ ਬਾਣਿਆਂ ਦੇ ਵਿੱਚ ਸਜੇ ਹੋਏ ਸਿੰਘ ਤਿਆਰ ਬਰ ਤਿਆਰ ਹੋ ਕੇ ਜਦੋਂ ਮਹੱਲਾ ਚੜ੍ਹਦਾ ਨਾ ਨਿਸ਼ਾਨਾ ਨਗਾਰਿਆਂ ਧੌਂਸਿਆਂ ਦੇ ਹੇਠ, ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਚਾਰੋਂ ਸਾਹਿਬਜ਼ਾਦੇ ਸਮੁੱਚੇ ਖਾਲਸੇ ਪੰਥ ਦੇ ਵਿੱਚ ਵਰਤਦੇ ਹਨ। ਸੂਖਮ ਦ੍ਰਿਸ਼ਟੀ ਵਾਲਿਆਂ ਨੂੰ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਵਿੱਚ ਵਰਤਦਿਆਂ ਦੇ ਹੁੰਦੇ ਨੇ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਹੈ, ਖਾਲਸੇ ਮੈਂ ਹੋ ਕਰੋ ਨਿਵਾਸ, ਮੈਂ ਖਾਲਸੇ ਦੇ ਵਿੱਚ ਨਿਵਾਸ ਕਰਦਾ ਹਾਂ। ਕਲਗੀਆਂ ਵਾਲੇ ਪਾਤਸ਼ਾਹ ਇਹ ਬਚਨ ਕਹਿ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਜਦੋਂ ਚੱਲੇ, ਸਰਸਾ ਨਦੀ ਦੇ ਕੰਢੇ ਦੇ ਉੱਤੇ ਆਏ ਤੇ ਸਰਸਾ ਨਦੀ ਬੜੀ ਚੜ੍ਹ ਕੇ ਆਈ ਹੋਈ। ਇੱਥੇ ਭਾਈ ਉਦੇ ਸਿੰਘ ਜੀ ਗੁਰੂ ਕਲਗੀਧਰ ਜੀ ਦੇ ਨਾਲ ਸਨ। ਪਤਾ ਲੱਗਾ ਬਾਬਾ ਅਜੀਤ ਸਿੰਘ ਜੀ ਪਿੱਛੇ ਦੁਸ਼ਮਣ 'ਚ ਘਿਰ ਗਏ ਨੇ। ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਉਦੇ ਸਿੰਘ ਜੀ ਜਾਓ, ਘੇਰਾ ਤੋੜ ਕੇ ਬਾਬਾ ਅਜੀਤ ਸਿੰਘ ਜੀ ਨੂੰ ਲਿਆਓ। ਭਾਈ ਉਦੇ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਆਪ ਜੀ ਦੇ ਚਰਨਾਂ 'ਚ ਸਨਿਮਰ ਬੇਨਤੀ, ਜਦੋਂ ਤੱਕ ਬਾਬਾ ਅਜੀਤ ਸਿੰਘ ਜੀ ਨੂੰ ਘੇਰੇ ਦੇ ਵਿੱਚੋਂ ਮੈਂ ਕੱਢ ਕੇ ਬਾਹਰ ਨਹੀਂ ਲੈ ਆਉਂਦਾ, ਉਦੋਂ ਤੱਕ ਮੇਰੇ ਪ੍ਰਾਣ ਇਸ ਸਰੀਰ 'ਚ ਚੱਲਦੇ ਰਹਿਣ। ਭਾਈ ਉਦੇ ਸਿੰਘ ਜੀ ਨੇ ਜਿੱਥੇ ਸ਼ਾਹੀ ਟਿੱਬੀ ਹੈ ਗੁਰੂ ਖਾਲਸਾ ਜੀ ਆਨੰਦਪੁਰ ਸਾਹਿਬ ਤੋਂ ਜਦੋਂ ਕੀਰਤਪੁਰ ਸਾਹਿਬ ਨੂੰ ਆਈਏ, ਰਸਤੇ ਵਿੱਚ ਉਹ ਅਸਥਾਨ ਆਉਂਦਾ ਹੈ। ਉਸ ਅਸਥਾਨ ਦਾ ਨਾਮ ਸ਼ਾਹੀ ਟਿੱਬੀ ਆ, ਵੀ ਟਿੱਬੀ ਸਾਹਿਬ ਵੀ ਕਹਿੰਦੇ ਹੈ। ਇੱਥੇ ਭਾਈ ਉਦੇ ਸਿੰਘ ਜੀ ਨੇ ਲੜ ਕੇ ਦੁਸ਼ਮਣ ਨੂੰ ਅੱਗੋਂ ਰੋਕ ਕੇ ਰੱਖਿਆ। ਬਾਬਾ ਅਜੀਤ ਸਿੰਘ ਜੀ ਕਲਗੀਧਰ ਪਾਤਸ਼ਾਹ ਕੋਲ ਪਹੁੰਚੇ ਔਰ ਭਾਈ ਉਦੇ ਸਿੰਘ ਜੀ ਦੁਸ਼ਮਣ ਨਾਲ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਸਨ, ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਹੱਸਦਿਆਂ ਹੱਸਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਸਰਸਾ ਨਦੀ ਦੇ ਕਿਨਾਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਖਾਲਸਾ ਜੀ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਇੱਕ ਪਾਸੇ ਹੋ ਚੱਲੇ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬਦੇਵਾਂ ਜੀ ਨੂੰ ਸ਼ਹੀਦ ਭਾਈ ਮਨੀ ਸਿੰਘ ਜੀ, ਵੇਖੋ ਭਾਈ ਮਨੀ ਸਿੰਘ ਜੀ ਕਿੰਨੇ ਵਿਸ਼ਵਾਸ ਦੇ ਪਾਤਰ ਹੋਣਗੇ, ਜਿਨ੍ਹਾਂ ਤੇ ਕਲਗੀਧਰ ਪਾਤਸ਼ਾਹ ਦਾ ਕਿੰਨਾ ਵਿਸ਼ਵਾਸ ਹੈ ਕਿ ਆਪਣੇ ਮਹਿਲ ਇਹੋ ਜਿਹੇ ਵਿਖੜੇ ਸਮੇਂ 'ਚ ਭਾਈ ਮਨੀ ਸਿੰਘ ਜੀ ਦੇ ਨਾਲ ਟੋਰ ਕੇ ਦਿੱਲੀ ਨੂੰ ਰਵਾਨਾ ਕੀਤੇ। ਹੁਣ ਕੋਈ ਆਖੇ ਵੀ ਦਿੱਲੀ ਵਿੱਚ ਤਾਂ ਮੁਗਲਾਂ ਦੀ ਹਕੂਮਤ ਹੈ ਤੇ ਮਾਤਾਵਾਂ ਨੂੰ ਦਿੱਲੀ ਕਿਉਂ ਭੇਜਿਆ ਗਿਆ, ਇਹ ਵੀ ਸਵਾਲ ਹੈ। ਪਰ ਗੁਰੂ ਖਾਲਸਾ ਜੀ ਦਿੱਲੀ ਇਸ ਕਰਕੇ ਭੇਜਿਆ ਗਿਆ ਮਾਤਾਵਾਂ ਨੂੰ ਕਿ ਦੁਸ਼ਮਣ ਦੇ ਕੋਲ ਜਦੋਂ ਮਾਤਾਵਾਂ ਜਾਣਗੀਆਂ ਤਾਂ ਉਸ ਵੇਲੇ, ਕਿਉਂਕਿ ਸੁਭਾਵਿਕ ਹੈ, ਮਾਤਾਵਾਂ ਦੀ ਭਾਲ ਕਰਨ ਵਾਸਤੇ ਦੁਸ਼ਮਣ ਦੂਜੇ ਪਾਸੇ ਲੱਭੇਗਾ। ਉਹਨਾਂ ਨੂੰ ਇਹ ਨਹੀਂ ਬੋਧ ਹੋਵੇਗਾ ਵੀ ਉਹ ਤਾਂ ਸਾਡੇ ਨਗਰ ਵਿੱਚ ਆਣ ਕੇ ਬੈਠੇ ਹਨ। ਇਹ ਵੀ ਨੀਤੀ ਸੀ। ਫਿਰ ਬਾਦਸ਼ਾਹ ਦਾ ਜਿਹੜਾ ਕੁਕਰਮ ਸੀ ਉਹ ਵੀ ਜੱਗ ਦੇ ਵਿੱਚ ਜ਼ਾਹਰ ਕਰਨਾ ਸੀ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਸਮੇਤ ਫੌਜਾਂ ਨੂੰ ਨਾਲ ਲੈ ਕੇ ਸਰਸਾ ਨਦੀ ਦਾ ਕਿਨਾਰਾ ਪਾਤਸ਼ਾਹ ਨੇ ਪਾਰ ਕੀਤਾ। ਜਦੋਂ ਰੋਪੜ ਪਹੁੰਚੇ ਤੇ ਅੱਗੇ ਰੋਪੜ ਗੁਰੂ ਖਾਲਸਾ ਜੀ ਇੱਥੇ ਜਿਹੜੇ ਪਠਾਨ ਸਨ ਰੋਪੜ ਦੇ, ਮਹਾਰਾਜ ਜੀ ਨੇ ਸੋਚਿਆ ਵੀ ਚਲੋ ਇੱਥੇ ਕੁਝ ਸਮੇਂ ਲਈ ਟਿਕਾਂਗੇ, ਪਰ ਉਹ ਵੀ ਅੱਗੋਂ ਹਮਲਾ ਕਰਨ ਵਾਸਤੇ ਆਣ ਪਏ। ਤੇ ਰੋਪੜ ਦਾ ਹੀ ਰਹਿਣ ਵਾਲਾ ਕੋਟਲਾ ਨਿਹੰਗ ਖਾਂ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਲੂ ਸੀ, ਮੁਸਲਮਾਨ ਸੀ, ਗੁਰਦੇਵ ਨੂੰ ਘੋੜੇ ਵੇਚਿਆ ਕਰਦਾ ਸੀ। ਸਤਿਗੁਰਾਂ ਦੇ ਨਾਲ ਇਹਦਾ ਬੜਾ ਭਾਰੀ ਸਨੇਹ ਸੀ ਨਿਹੰਗ ਖਾਂ ਦਾ। ਗੁਰੂ ਖਾਲਸਾ ਜੀ ਵੇਖੋ, ਦੂਜੇ ਪਾਸੇ ਉਹ ਵੀ ਮੁਸਲਮਾਨ ਨੇ ਜਿਹੜੇ ਹਮਲਾ ਕਰ ਰਹੇ ਨੇ, ਇੱਕ ਪਾਸੇ ਇਹ ਵੀ ਮੁਸਲਮਾਨ ਹੈ ਨਿਹੰਗ ਖਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਗਏ। ਉੱਥੇ ਹੀ ਰਸਤੇ ਵਿੱਚ ਗੁਰਦੁਆਰਾ ਭੱਠ ਸਾਹਿਬ ਆਉਂਦਾ ਹੈ, ਭੱਠਾ ਸਾਹਿਬ ਵੀ ਉਹਨੂੰ ਕਹਿੰਦੇ ਹਨ। ਗੁਰੂ ਖਾਲਸਾ ਜੀ ਕਿਸੇ ਨੇ ਮਸ਼ਕਰੀ ਕਰਕੇ ਆਖਿਆ ਵੀ ਉਧਰ ਚਲੇ ਜਾਓ ਭੱਠ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੇ ਪੌੜ ਪਾਇਆ, ਬਲਦਾ ਹੋਇਆ ਭੱਠ ਉਸ ਵੇਲੇ ਠੰਡਾ ਠਾਰ ਹੋ ਗਿਆ।
ਉੱਥੇ ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਗੁਰਦੁਆਰਾ ਭੱਠਾ ਸਾਹਿਬ ਸੁਸ਼ੋਭਿਤ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ। ਨਿਹੰਗ ਖਾਂ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਟਿਕਾਣਾ ਕੀਤਾ। ਬਾਬਾ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ। ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨਾਗਣੀ ਨਾਲ ਮਸਤ ਹਾਥੀ ਦਾ ਮੱਥਾ ਚੀਰਿਆ ਸੀ, ਇੱਥੇ ਆ ਕੇ ਜ਼ਖਮੀ ਹਾਲਤ 'ਚ, ਇੰਨੀ ਜ਼ਿਆਦਾ ਜ਼ਖਮੀ ਹਾਲਤ 'ਚ ਵੀ ਬੇਹੋਸ਼ ਸਨ। ਉਹਨਾਂ ਨੂੰ ਅੱਗੇ ਨਾਲ ਨਹੀਂ ਸੀ ਲਿਜਾ ਸਕਦੇ। ਨਿਹੰਗ ਖਾਂ ਦੇ ਘਰ ਉਹਨਾਂ ਨੂੰ ਰੱਖਿਆ ਵੀ ਤੁਸੀਂ ਇਹਨਾਂ ਦੀ ਇੱਥੇ ਰੱਖ ਕੇ ਮਲਮ ਪੱਟੀ ਕਰੋ, ਇਲਾਜ ਕਰੋ। ਵੇਖੋ ਅੱਗੇ ਉਹ ਗੁਰੂ ਦਾ ਕਿਹੋ ਜਿਹਾ ਪਿਆਰਾ ਮੁਰੀਦ ਹੈ ਨਿਹੰਗ ਖਾਂ। ਪਿੱਛੇ ਦੁਸ਼ਮਣ ਭਾਲ ਕਰਦਾ ਆਇਆ, ਨਿਹੰਗ ਖਾਂ ਦੇ ਘਰ ਆ ਕੇ ਭਾਲ ਕੀਤੀ ਤੇ ਬਾਬਾ ਬਚਿੱਤਰ ਸਿੰਘ ਜੀ ਅੰਦਰ ਕੋਠੇ ਵਿੱਚ ਸਨ। ਕਿਤੇ ਉਹਨਾਂ ਦੀ ਭਾਲ ਨਾ ਕਰ ਲੈਣ। ਇਹਨਾਂ ਦੀ ਲੜਕੀ ਸੀ, ਉਹਦਾ ਨਾਂ ਸੀ ਬੀਬੀ ਮੁਮਤਾਜ। ਉਸ ਵੇਲੇ ਜਦੋਂ ਦੁਸ਼ਮਣ ਆਇਆ, ਆਖਿਆ ਵੀ ਨਿਹੰਗ ਖਾਂ ਤੇਰੇ ਘਰ ਗੁਰੂ ਜੀ ਆਏ ਨੇ। ਕਹਿਣ ਲੱਗਾ ਜੀ ਨਹੀਂ। ਉਹਨੇ ਨੀਤੀ ਵਰਤੀ। ਕਹਿਣ ਲੱਗਾ ਜੀ ਮੇਰੇ ਘਰ ਤਾਂ ਮੇਰਾ ਦਮਾਦ ਤੇ ਮੇਰੀ ਧੀ ਹਨ, ਉਹ ਬਾਹਰੋਂ ਬਾਹਰ ਟੁਰ ਗਏ। ਲੜਕੀ ਨੇ ਸੁਣਿਆ ਵੀ ਮੇਰੇ ਪਿਤਾ ਨੇ ਮੈਨੂੰ ਬਾਬਾ ਬਚਿੱਤਰ ਸਿੰਘ ਜੀ ਦੀ ਘਰਵਾਲੀ ਕਹਿ ਦਿੱਤਾ ਹੈ, ਤਾਂ ਉਸ ਵਕਤ ਉਹਨੇ ਸਾਰੀ ਜ਼ਿੰਦਗੀ, ਬਾਬਾ ਬਚਿੱਤਰ ਸਿੰਘ ਜੀ ਤਾਂ ਉੱਥੇ ਹੀ ਸਰੀਰ ਛੱਡ ਗਏ, ਪਰ ਬੀਬੀ ਮੁਮਤਾਜ ਨੇ ਸਾਰੀ ਜ਼ਿੰਦਗੀ ਬਾਬਾ ਬਚਿੱਤਰ ਸਿੰਘ ਜੀ ਦੀ ਧਰਮ ਸੁਪਤਨੀ ਬਣ ਕੇ ਆਪਣੀ ਸਾਰੀ ਜ਼ਿੰਦਗੀ ਭਗਤੀ ਕਰਦਿਆਂ, ਪਰਮੇਸ਼ਰ ਦੀ ਆਰਾਧਨਾ ਕਰਦਿਆਂ ਬਤੀਤ ਕੀਤੀ। ਜਿੱਥੇ ਉਹਨਾਂ ਨੇ ਭਜਨ ਕੀਤਾ ਸਾਰੀ ਜ਼ਿੰਦਗੀ ਪਰਮੇਸ਼ਰ ਦਾ, ਉੱਥੇ ਅੱਜ ਕੱਲ੍ਹ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਹੈ। ਮੁਮਤਾਜਗੜ੍ਹ ਸਾਹਿਬ ਜਿੱਥੇ ਬੀਬੀ ਮੁਮਤਾਜ ਜੀ ਨੇ ਭਜਨ ਕੀਤਾ ਹੈ। ਵੇਖੋ ਕੈਸੀ ਸਤੀ ਇਸਤਰੀ ਹੋਵੇਗੀ। ਸਾਰੀ ਜ਼ਿੰਦਗੀ ਉਹਨੇ ਬਾਬਾ ਬਚਿੱਤਰ ਸਿੰਘ ਜੀ ਦੀ ਯਾਦ ਵਿੱਚ ਪਰਮੇਸ਼ਰ ਦਾ ਭਜਨ ਕਰਦਿਆਂ, ਕਲਗੀਧਰ ਦਾ ਭਜਨ ਕਰਦਿਆਂ ਬਤੀਤ ਕੀਤੀ। ਜਿੱਥੇ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਹੈ, ਉੱਥੇ ਅੱਜ ਕੱਲ੍ਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦਾ ਪ੍ਰਬੰਧ ਚੱਲਦਾ ਹੈ, ਸੇਵਾ ਚੱਲਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਦੋਂ ਰੋਪੜ ਤੋਂ ਅੱਗੇ ਨਿਕਲੇ ਨੇ, ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਮਕੌਰ ਸਾਹਿਬ ਆਏ ਹਨ। ਚਮਕੌਰ ਸਾਹਿਬ ਦੀ ਉਹ ਧਰਤੀ ਜਿੱਥੇ ਇੱਕ ਵਾਰ ਪਹਿਲਾਂ ਵੀ ਕਲਗੀਧਰ ਨੇ ਚਰਨ ਪਾਏ ਸਨ। ਗੁਰਦੇਵ ਨੇ ਜਗ੍ਹਾ ਆਪ ਪਹਿਲਾਂ ਚੁਣੀ ਹੋਈ ਹੈ। ਗੁਰਦੇਵ ਨੇ ਇਹ ਰਣ ਭੂਮੀਆਂ ਪਹਿਲਾਂ ਆਪ ਚੁਣੀਆਂ ਨੇ। ਜਿੰਨੇ ਵੀ ਜੰਗ ਲੜੇ ਨੇ, ਕੇਵਲ ਮੁਕਤਸਰ ਸਾਹਿਬ ਦੇ ਜੰਗ ਨੂੰ ਛੱਡ ਕੇ ਸਾਰੀਆਂ ਰਣ ਭੂਮੀਆਂ ਗੁਰਦੇਵ ਨੇ ਆਪ ਪਹਿਲਾਂ ਚੁਣੀਆਂ ਨੇ ਜਿੱਥੇ ਜੰਗ ਲੜਨਾ ਹੈ। ਇਹ ਰਣਨੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੀ ਹੋਈ ਸੀ। ਚਮਕੌਰ ਸਾਹਿਬ ਪਹਿਲਾਂ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਚਰਨ ਪਾਏ ਨੇ, ਅੱਜ ਦੂਜੀ ਬੇਰਾਂ ਆਏ ਨੇ। ਜਦੋਂ ਚਮਕੌਰ ਸਾਹਿਬ ਬਾਰ-ਬਾਰ ਆ ਕੇ ਸਤਿਗੁਰਾਂ ਨੇ ਉਤਾਰਾ ਕੀਤਾ, ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੜੀ ਵੇਖੀ ਹੈ ਸਾਹਮਣੇ ਕੱਚੀ। ਗੜੀ ਉੱਚੇ ਥਾਂ ਤੇ ਬਣੀ ਹੋਈ ਸੀ, ਤੇ ਸੁਭਾਵਕ ਹੈ ਜਿਹੜੀ ਗੜੀ ਜਾਂ ਜਿਹੜਾ ਕਿਲਾ ਉੱਚੇ ਥਾਂ ਤੇ ਹੋਵੇ, ਉਹਦੇ ਤੇ ਦੁਸ਼ਮਣ ਦਾ ਹਮਲਾ ਜਿਹੜਾ ਹੈ ਉਹ ਜ਼ਿਆਦਾ ਭਾਰੂ ਨਹੀਂ ਹੁੰਦਾ। ਤੋ ਗੁਰਦੇਵ ਨੇ ਗੜੀ ਦੇ ਮਾਲਕ ਨੂੰ ਸੱਦਾ ਭੇਜਿਆ, ਪਰ ਉਹ ਨਹੀਂ ਆਇਆ। ਅਖੀਰ ਸਿੰਘ ਫਿਰ ਉਹਨੂੰ ਲੈ ਕੇ ਆਏ। ਕਲਗੀਧਰ ਜੀ ਨੇ ਆਖਿਆ ਭਾਈ ਸਾਨੂੰ ਇਹ ਤੇਰੀ ਗੜੀ ਚਾਹੀਦੀ ਹੈ ਲੜਨ ਵਾਸਤੇ, ਪਰ ਉਹਨੇ ਅੱਗੋਂ ਇਨਕਾਰ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਹਦਾ ਛੋਟਾ ਭਰਾ ਸੀ, ਕਹਿੰਦਾ ਜੀ ਇਸ ਗੜੀ ਤੇ ਮੇਰਾ ਵੀ ਹੱਕ ਹੈ। ਗੁਰਦੇਵ ਨੇ ਉਹਨੂੰ ਕੁਝ ਮਾਇਆ ਦਿੱਤੀ। ਗੜੀ ਵਿੱਚ ਜਾ ਕੇ ਆਸਣ ਲਾਇਆ। ਉਹਨੂੰ ਆਖਿਆ ਭਾਈ ਤੂੰ ਆਪਣਾ ਟੱਬਰ ਪਰਿਵਾਰ ਲੈ ਕੇ ਇੱਥੋਂ ਚਲਾ ਜਾ, ਅਸੀਂ ਕੁਝ ਸਮੇਂ ਵਾਸਤੇ ਇੱਥੇ ਰਹਿਣਾ ਤੇ ਲੜਾਈ ਕਰਨੀ ਹੈ, ਜੰਗ ਲੜਨਾ, ਦੁਸ਼ਮਣ ਪਿੱਛੇ ਆ ਰਿਹਾ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਆਸਣ ਲਾ ਲਏ। ਇੱਥੇ ਤੱਕ ਪਹੁੰਚਦਿਆਂ ਮਹਾਰਾਜ ਜੀ ਦੇ ਨਾਲ ਕੇਵਲ 40 ਸਿੰਘ ਬਾਕੀ ਬਚੇ ਸਨ। ਬਾਕੀ ਮਹਾਰਾਜ ਜੀ ਦੇ ਨਾਲ ਦੀਆਂ ਜਿੰਨੀਆਂ ਫੌਜਾਂ ਸਨ ਸਾਰੀਆਂ ਸ਼ਹਾਦਤਾਂ ਪ੍ਰਾਪਤ ਕਰ ਗਈਆਂ। ਕੁਝ ਸੱਜੇ ਖੱਬੇ ਹੋ ਗਏ, ਕੁਝ ਜ਼ਖਮੀ ਹੋ ਗਏ, ਕੁਝ ਸਰਸਾ ਨਦੀ ਭਰ ਕੇ ਵਗ ਰਹੀ ਸੀ ਉਹਦੇ ਵਿੱਚ ਰੁੜ ਗਏ। ਤੋ ਇਸ ਪ੍ਰਕਾਰ ਨਾਲ ਕਲਗੀਧਰ ਪਾਤਸ਼ਾਹ ਕੇਵਲ ਆਪਣੇ 40 ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਵਿੱਚ ਪਹੁੰਚੇ। ਅੱਲਾ ਯਾਰ ਖਾਂ ਯੋਗੀ ਲਿਖਦਾ ਹੈ, ਜਿਸ ਖਿੱਤੇ में हमको था आना ये वही है, जिस जा पे कल को लुट के है जाना ये वही है, जिस जा पे कल को बच्चों को कटाना ये वही है, आसमां भी कह दे ठिकाना ये वही है, जिस जा पे कल को लुट के है जाना ये वही है, आसमान भी कह दे ठिकाना ये वही है। ਇਹ ਉਹੀ ਥਾਂ ਹੈ ਜਿੱਥੇ ਕੱਲ੍ਹ ਨੂੰ ਅਸੀਂ ਆਪਣਾ ਸਾਰਾ ਕੁਝ ਲੁਟਾ ਦੇਣਾ ਹੈ। ਇਹ ਉਹੀ ਥਾਂ ਹੈ ਜਿੱਥੇ ਅਸੀਂ ਕੱਲ੍ਹ ਨੂੰ ਆਪਣੇ ਸਾਹਿਬਜ਼ਾਦੇ, ਆਪਣੇ ਬੱਚੇ ਸ਼ਹੀਦ ਕਰਾਉਣੇ ਨੇ। ਚਮਕੌਰ ਦੀ ਗੜੀ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਆਸਣ ਲੱਗ ਗਿਆ।
40 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ। ਇਹਦਾ ਜ਼ਿਕਰ ਖੁਦ ਕਲਗੀਆਂ ਵਾਲੇ ਗੁਰਦੇਵ ਨੇ ਆਪ ਆਪਣੀ ਮੁਕੱਦਸ ਕਲਮ ਦੇ ਨਾਲ ਜ਼ਫਰਨਾਮੇ ਵਿੱਚ ਕੀਤਾ ਹੈ। ਜ਼ਫਰਨਾਮੇ ਦਾ ਮਤਲਬ ਹੁੰਦਾ ਜਿੱਤ ਦੀ ਚਿੱਠੀ, ਫਤਿਹ ਦੀ ਚਿੱਠੀ। ਉਹ ਫਤਿਹ ਦੀ ਚਿੱਠੀ ਜਿਹੜੀ ਔਰੰਗਜ਼ੇਬ ਬਾਦਸ਼ਾਹ ਨੂੰ ਮਹਾਰਾਜ ਜੀ ਨੇ ਲਿਖੀ ਸੀ, ਉਹ ਜਿੱਤ ਦੀ ਚਿੱਠੀ ਦੇ ਵਿੱਚ ਕਲਗੀਧਰ ਗੁਰਦੇਵ ਨੇ ਔਰੰਗੇ ਨੂੰ ਕਿਹਾ ਸੀ, ਚੇ ਗੁਰਸ਼ਨਾ ਚਕਾਰੇ ਦਾ ਚਹਿਲ ਨਰ ਕਿ 10 ਲੱਖ ਬਰਾਇਦ ਬਰੂ ਬੇਖਬਰ। ਕਹਿਣ ਲੱਗੇ ਚਹਿਲ ਦਾ ਮਤਲਬ ਹੁੰਦਾ ਫਾਰਸੀ 'ਚ 40। ਕਹਿੰਦੇ 40 ਸਿੰਘ ਸਨ ਸਾਡੇ ਨਾਲ, ਉਹ ਵੀ ਭੁੱਖੇ, ਕਈ ਮਹੀਨਿਆਂ ਦੇ ਭੁੱਖੇ, ਉਨੀਂਦਰੇ, ਜਿਨ੍ਹਾਂ ਦੀ ਨੀਂਦ ਵੀ ਪੂਰੀ ਨਹੀਂ ਸੀ ਹੋਈ। ਉਹ ਜਿਉਂ ਪਿੱਛੋਂ ਚੱਲੇ ਆ ਆਨੰਦਪੁਰ ਸਾਹਿਬ ਤੋਂ, ਆਰਾਮ ਕਿੱਥੇ ਮਿਲਿਆ ਹੈ। ਭੁੱਖੇ ਵੀ ਨੇ, ਉਨੀਂਦਰੇ ਵੀ ਨੇ। ਔਰੰਗਜ਼ੇਬ ਉਹਨਾਂ 40 ਸਿੰਘਾਂ ਦੇ ਉੱਤੇ ਤੇਰੀਆਂ 10 ਲੱਖ ਫੌਜਾਂ ਨੇ ਹਮਲਾ ਕਰ ਦਿੱਤਾ। ਇਹ ਕਿੱਥੋਂ ਦੀ ਤੇਰੀ ਦਲੇਰੀ ਸੀ, ਇਹ ਤੇਰੀ ਕਿੱਥੋਂ ਦੀ ਬਹਾਦਰੀ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ, ਰਾਤ ਦਾ ਸਮਾਂ ਹੈ, ਸਿੰਘਾਂ ਦੇ ਆਸਣ ਲੱਗ ਗਏ। ਕਲਗੀਆਂ ਵਾਲੇ ਪਾਤਸ਼ਾਹ ਆਪ ਉਹਨਾਂ ਸਿੰਘਾਂ ਦੇ ਸਰੂਪ ਨਿਹਾਰਦੇ ਹੈ ਔਰ ਆਪ ਹੱਥ ਦੇ ਵਿੱਚ ਤਲਵਾਰ ਪਕੜ ਕੇ ਪਹਿਰੇ ਦੇ ਨਾਲ ਕਦੇ ਉਸ ਗੜੀ ਦੀ ਜਿਹੜੀ ਉੱਪਰਲੀ ਬਰਾਮਦਾ ਹੈ ਉਹਦੇ 'ਚ ਸੱਜੇ ਕਦੇ ਖੱਬੇ ਟਹਿਲਦੇ ਨੇ। ਔਰ ਜਿਹੜੇ ਸਿੰਘ ਲੇਟੇ ਹੋਏ ਨੇ ਢਾਲਾਂ ਦਾ ਸਰਾਣਾ ਲਾ ਕੇ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਵੱਲ ਵੇਖਦੇ ਹੈ। ਵੇਖਦਿਆਂ ਕਹਿੰਦੇ ਆ, ਕੱਲ ਇਹ ਵੀ ਨਾ ਰਹੇਂਗੇ, ਕੱਲ ਇਹ ਵੀ ਨਾ ਰਹੇਂਗੇ। ਇਹ ਬਚਨ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਮੁੱਖੋਂ ਕਰਦੇ ਹਨ। ਔਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਅਲੌਕਿਕ ਜਿਹੇ ਰੰਗ ਵਿੱਚ ਰੰਗੇ ਹੋਏ ਸਿੰਘਾਂ ਵੱਲ ਤੱਕਦੇ ਨੇ, ਆਪਣੇ ਪਿਆਰਿਆਂ ਸੂਰਬੀਰ ਬਹਾਦਰਾਂ ਵੱਲ ਤੱਕਦੇ ਨੇ, ਸਾਹਿਬਜ਼ਾਦਿਆਂ ਵੱਲ ਤੱਕਦੇ ਨੇ। ਰਾਤ ਬੀਤ ਗਈ ਪਰਮੇਸ਼ਰ ਨੂੰ ਯਾਦ ਕਰਦਿਆਂ, ਅਕਾਲ ਪੁਰਖ ਦਾ ਚਿੰਤਨ ਕਰਦਿਆਂ ਰਾਤ ਬਤੀਤ ਹੋ ਗਈ। ਉਧਰ 10 ਲੱਖ ਦੁਸ਼ਮਣ ਨੇ ਆ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ। ਇੱਦਾਂ ਜਾਪਦਾ ਸੀ ਮਾਨੋ ਜਿਵੇਂ ਕਾਲੇ ਰੰਗ ਦੀਆਂ ਵਰਦੀਆਂ ਪਾਈਆਂ, ਚਾਰੇ ਪਾਸੇ ਕਾਲੇ ਰੰਗ ਦੇ ਬੱਦਲ ਹੀ ਉਮੜ ਕੇ ਆ ਗਏ ਹਨ। ਚੌਂ ਪਾਸਿਆਂ ਦੂਰ ਦੂਰ ਤਾਈਂ ਫੌਜ ਹੀ ਫੌਜ ਦਿਸਦੀ ਹੈ ਦੁਸ਼ਮਣ ਦੀ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 40 ਸਿੰਘਾਂ ਨੂੰ ਜਿਹੜੀ ਚਮਕੌਰ ਦੀ ਗੜੀ ਦੀਆਂ ਚਾਰੇ ਬਾਹੀਆਂ ਨੇ ਸਾਰਿਆਂ 'ਤੇ ਤੈਨਾਤ ਕਰ ਦਿੱਤਾ। ਦਰਵਾਜ਼ੇ ਦੇ ਉੱਤੇ ਤੈਨਾਤ ਕਰ ਦਿੱਤਾ ਫੌਜਾਂ ਨੂੰ। ਹੁਕਮ ਕੀਤਾ, ਸਿੰਘੋ ਜਿਹੜਾ ਦੁਸ਼ਮਣ ਨੇੜੇ ਆਵੇ ਮਾਰ ਕੇ ਉਹਨੂੰ ਜ਼ਮੀਨ ਦੇ ਉੱਤੇ ਗਰਕ ਕਰ ਦੇਣਾ ਹੈ। ਜਿਹੜਾ ਕੰਧ ਨੂੰ ਹੱਥ ਪਾ ਕੇ ਉੱਤੇ ਚੜ੍ਹ ਕੇ ਆਵੇ ਉਹਨੂੰ ਝਟਕ ਦੇਣਾ ਹੈ। ਇਸ ਪ੍ਰਕਾਰ ਨਾਲ ਜਦੋਂ 40 ਦੇ 40 ਸਿੰਘ ਤਿਆਰ ਬਰ ਤਿਆਰ ਹੋ ਕੇ ਲੱਗ ਗਏ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਕੇ, ਉਧਰ ਦੁਸ਼ਮਣ ਦੇ ਅੰਦਰ ਇੰਨਾ ਹੌਸਲਾ ਨਹੀਂ ਸੀ ਪੈਂਦਾ ਕਿ ਚਮਕੌਰ ਦੀ ਗੜੀ ਦੇ ਨੇੜੇ ਆ ਸਕਣ। ਨਹੀਂ ਤਾਂ 10 ਲੱਖ ਫੌਜ ਸੀ ਦੁਸ਼ਮਣ ਦੀ, ਇੱਕ ਇੱਕ ਮੁੱਠੀ ਭਰ ਕੇ ਮਿੱਟੀ ਦੀ ਵੀ ਗੜੀ 'ਤੇ ਪਾਉਂਦੇ ਤੇ ਮਿੱਟੀ ਨਾਲ ਗੜੀ ਨੂੰ ਦੱਬ ਸਕਦੇ ਸਨ। ਪਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ 40 ਸਿੰਘਾਂ ਦੇ ਨਾਲ, ਵੇਖੋ ਕਿੰਨਾ ਧੀਰਜ ਹੈ ਗੁਰਦੇਵ ਦੇ ਅੰਦਰ। ਕਲਗੀਆਂ ਵਾਲੇ ਦੇ ਬਚਨ ਨੇ ਨਾ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰ। ਕਹਿੰਦੇ ਇਸ ਸਰੀਰ ਨੂੰ ਧੀਰਜ ਦਾ ਘਰ ਬਣਾਓ। 40 ਸਿੰਘ ਹੋਣੇ, ਦੂਜੇ ਪਾਸੇ 10 ਲੱਖ ਦੁਸ਼ਮਣ ਦੀ ਫੌਜ, ਉੱਥੇ ਹਿਰਦੇ ਵਿੱਚ ਧੀਰਜ ਰੰਚਕ ਭਰ ਵੀ ਡਾਵਾਡੋਲ ਨਹੀਂ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦੇ ਹਿਰਦੇ 'ਚ। ਥੋੜ੍ਹਾ ਜਿੰਨਾ ਵੀ ਹਿਰਦਾ ਡਾਵਾਡੋਲ ਨਹੀਂ ਹੋਇਆ, ਸਗੋਂ ਉਹਨਾਂ 40 ਨੂੰ ਨਾਲ ਲੈ ਕੇ ਬਚਨ ਕਰਦੇ ਨੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਮੈਂ ਇਸ ਜੰਗ ਦੇ ਮੈਦਾਨ ਵਿੱਚ ਨਿਸ਼ਚੈ ਆਪਣੀ ਜਿੱਤ ਕਰਾਂਗਾ। ਗੁਰੂ ਖਾਲਸਾ ਜੀ ਚਮਕੌਰ ਦਾ ਜੰਗ ਗੁਰੂ ਕਲਗੀਧਰ ਨੇ ਜਿੱਤਿਆ ਹੈ। ਇਹ ਜਿੱਤੇ ਹੋਏ ਜੰਗ ਨੇ, ਹਾਰਿਆ ਹੋਇਆ ਜੰਗ ਨਹੀਂ, ਜਿੱਤਿਆ ਹੋਇਆ ਜੰਗ ਆ ਜਿਹਦੇ ਵਿੱਚੋਂ ਕਲਗੀਧਰ ਪਾਤਸ਼ਾਹ ਨਿਕਲ ਜਾਂਦੇ ਨੇ। ਦੁਸ਼ਮਣ ਫੜਨ ਆਇਆ ਸੀ, ਮਾਰਨ ਆਇਆ ਸੀ, ਵੈਰੀ ਨੂੰ ਚੀਰਦਿਆਂ ਵਿੱਚੋਂ ਨਿਕਲ ਜਾਣਾ, ਇਹ ਗੁਰੂ ਕਲਗੀਧਰ ਦੀ ਜਿੱਤ ਸੀ। ਇਹ ਜਿੱਤੇ ਨੇ। ਖਾਲਸਾ ਜੀ ਸ਼ਹੀਦ ਸ਼ਹਾਦਤ ਨੂੰ ਪ੍ਰਾਪਤ ਕਰਕੇ ਵੀ ਜਿੱਤ ਜਾਂਦਾ ਹੈ ਔਰ ਦੁਸ਼ਮਣ ਸ਼ਹੀਦ ਕਰਨ ਤੋਂ ਬਾਅਦ ਵੀ ਹਾਰ ਜਾਂਦਾ, ਕਿਉਂਕਿ ਉਹ ਆਪਣੀ ਗੱਲ ਮਨਾ ਨਹੀਂ ਸਕਿਆ, ਉਸਨੂੰ ਆਪਣੀ ਈਨ ਮਨਾ ਨਹੀਂ ਸਕਿਆ, ਤਦੇ ਹਾਰ ਗਿਆ ਨਾ। ਤੇ ਜਿਹੜਾ ਸ਼ਹੀਦ ਹੋ ਗਿਆ, ਜਿਸ ਨੇ ਉਸ ਦੀ ਦੁਸ਼ਮਣ ਦੀ ਈਨ ਮੰਨੀ ਨਹੀਂ, ਉਹ ਤਾਂ ਸ਼ਹੀਦ ਹੋ ਕੇ ਵੀ ਜਿੱਤ ਗਿਆ, ਸਰੀਰ ਦਾ ਤਿਆਗ ਕਰਕੇ ਵੀ ਜਿੱਤ ਗਿਆ। ਤੇ ਦੂਜੇ ਪਾਸੇ ਜਿਹੜਾ ਈਨ ਨਹੀਂ ਮਨਾ ਸਕਿਆ,
ਉਹ ਭਾਵੇਂ ਜਿਉਂਦਾ ਵੀ ਰਿਹਾ ਤਾਂ ਵੀ ਹਾਰ ਗਿਆ। ਕਲਗੀਧਰ ਪਾਤਸ਼ਾਹ ਨੇ ਚਮਕੌਰ ਦਾ ਜੰਗ ਜਿੱਤਿਆ ਹੈ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਪਾਣੀਪਤ ਦੀਆਂ ਹਾਰੀਆਂ ਜੰਗਾਂ ਪੜ੍ਹਾਈਆਂ ਜਾਂਦੀਆਂ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ। ਚਮਕੌਰ ਦੀ ਗੜੀ ਦਾ ਜੰਗ ਜਿਹੜਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ 40 ਸਿੰਘਾਂ ਨਾਲ ਜਿੱਤਿਆ, ਉਹ ਨਹੀਂ ਪੜ੍ਹਾਇਆ ਜਾਂਦਾ। ਉਹਦਾ ਕਾਰਨ ਹੈ ਕਿ ਜਦੋਂ ਜਿੱਤੀਆਂ ਹੋਈਆਂ ਜੰਗਾਂ ਦਾ ਵੇਰਵਾ ਪੜ੍ਹਨਗੇ, ਸੂਰਬੀਰਤਾ ਦੀ ਗਾਥਾ ਸੁਣਨਗੇ, ਇਹਨਾਂ ਦਾ ਖੂਨ ਖੌਲੇਗਾ। ਇਹ ਸੂਰਬੀਰ ਹੋਣਗੇ, ਯੋਧੇ ਹੋਣਗੇ ਤੇ ਆਪਣੇ ਹੱਕ ਮੰਗਣਗੇ, ਆਪਣੇ ਹੱਕ ਦੀ ਗੱਲ ਕਰਨਗੇ, ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ। ਇਹਨਾਂ ਦੇ ਦਿਮਾਗ ਵਿੱਚ ਪੜ੍ਹਾਈ ਇਹੋ ਜਿਹੀ ਪਾਓ ਵੀ ਇਹਨਾਂ ਦੇ ਅੰਦਰ ਬਿਰਤੀਆਂ ਕਾਇਰਾਂ ਵਾਲੀਆਂ ਹੋ ਜਾਣ, ਇਹ ਗੀਦੀਆਂ ਵਾਲੀ ਬਿਰਤੀ ਰੱਖਣ ਲੱਗ ਪੈਣ। ਇੱਦਾਂ ਦੀਆਂ ਪੜ੍ਹਾਈਆਂ ਇਹਨਾਂ ਨੂੰ ਪੜ੍ਹਾਈਆਂ ਜਾਣ। ਗੁਰੂ ਖਾਲਸਾ ਜੀ ਆਪਣੇ ਬੱਚਿਆਂ ਨੂੰ ਚਮਕੌਰ ਦਾ ਜੰਗ ਜ਼ਰੂਰ ਸੁਣਾਓ, ਚਮਕੌਰ ਦੇ ਜੰਗ ਦੀ ਗਾਥਾ ਜ਼ਰੂਰ ਸੁਣਾਓ, ਕਿਉਂਕਿ ਇਹ ਸਾਡੇ ਸੂਰਬੀਰਾਂ ਦਾ, ਯੋਧਿਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਦੁਸ਼ਮਣਾਂ ਦੀ ਈਨ ਨੂੰ ਨਹੀਂ ਮੰਨਿਆ, ਦੁਸ਼ਮਣਾਂ ਦੀ ਈਨ ਨੂੰ ਨਾ ਮੰਨਦਿਆਂ ਵੈਰੀ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। 40 ਸਿੰਘਾਂ ਸਮੇਤ ਜਦੋਂ ਕਲਗੀਧਰ ਪਾਤਸ਼ਾਹ ਦੇ ਆਸਣ ਲੱਗ ਗਏ, ਮਾਰ-ਮਾਰ ਕੇ ਤੀਰ ਵੈਰੀਆਂ ਦੀਆਂ ਛਾਤੀਆਂ ਪਰੋ ਦਿੱਤੀਆਂ, ਗੋਲੀਆਂ ਚਲਾ ਕੇ ਵੈਰੀਆਂ ਦੇ ਸਿਰ ਭੰਨ ਕੇ ਰੱਖ ਦਿੱਤੇ। ਮਲੇਰਕੋਟਲੇ ਦੇ ਨਵਾਬ ਦਾ ਇੱਕ ਰਿਸ਼ਤੇਦਾਰ ਸੀ, ਨਾਹਰ ਖਾਂ ਉਹਦਾ ਭਾਈ, ਉਹ ਆਇਆ ਚੜ੍ਹ ਕੇ। ਜਦੋਂ ਪੌੜੀ ਲਾ ਕੇ ਚੜ੍ਹਨ ਲੱਗਾ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੀਰ ਮਾਰਿਆ ਤੇ ਨਾਹਰ ਖਾਂ ਨੂੰ ਜ਼ਮੀਨ ਦੇ ਵਿੱਚ ਮਿੱਟੀ 'ਚ ਗਰਕ ਕਰਕੇ ਰੱਖ ਦਿੱਤਾ। ਇੱਕ ਦੂਜਾ ਜਰਨੈਲ ਚੜ੍ਹਿਆ, ਉਹਦੇ ਸਿਰ ਵਿੱਚ ਗੁਰਜ ਮਾਰੀ ਮਹਾਰਾਜ ਜੀ ਨੇ, ਬੜੀ ਭਾਰੀ ਹੁੰਦੀ ਹੈ ਗੁਰਜ, ਗਦਾ ਦੇ ਸਮਾਨ ਹੁੰਦੀ ਹੈ। ਉਹ ਗੁਰਜ ਜਦੋਂ ਮਹਾਰਾਜ ਜੀ ਨੇ ਉਹਦੇ ਸੀਸ ਵਿੱਚ ਮਾਰੀ, ਉਹਦਾ ਸਿਰ ਖੱਖੜੀ ਵਾਂਗੂ ਫਿੱਟ ਗਿਆ ਤੇ ਉਹ ਵੀ ਜ਼ਮੀਨ ਤੇ ਡਿੱਗ ਪਿਆ। ਅੱਜ ਕੱਲ੍ਹ ਤਾਂ ਗੁਰੂ ਖਾਲਸਾ ਜੀ ਜਿਹੜੇ ਸ਼ਸਤਰ ਨੇ ਨਾ, ਸ਼ਸਤਰਾਂ ਦੀਆਂ ਵੀ ਵੰਡੀਆਂ ਪਾਈ ਜਾਂਦੇ ਆ। ਕਹਿੰਦੇ ਜੀ ਇਹ ਜਿਹੜੀ ਗੁਰਜ ਹੁੰਦੀ ਹੈ ਇਹ ਤਾਂ ਹਨੂਮਾਨ ਦਾ ਗਦਾ ਹੁੰਦਾ ਹੈ ਜੀ, ਇਹ ਤਾਂ ਹਿੰਦੂਕਰਨ ਹੋ ਗਿਆ ਜੀ। ਇੱਦਾਂ ਤਲਵਾਰ ਤਾਂ ਫਿਰ ਦੁਰਗਾ ਨੇ ਫੜੀ ਹੁੰਦੀ ਹੈ, ਫਿਰ ਤਲਵਾਰ ਦੁਰਗਾ ਦੀ ਹੋ ਗਈ, ਗਦਾ ਹਨੂਮਾਨ ਦਾ ਹੋ ਗਿਆ ਗੁਰਜ, ਤੀਰ ਕਮਾਨ ਰਾਮਚੰਦਰ ਜੀ ਦਾ ਹੋ ਗਿਆ, ਤੇ ਫਿਰ ਸਿੰਘਾਂ ਦਾ ਕੀ ਹੋਇਆ ਭਾਈ? ਸ਼ਸਤਰ ਉਹਦਾ ਜਿਹਦੇ ਹੱਥ ਵਿੱਚ ਹੈ, ਇਹਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ। ਜਿਸ ਦੇ ਹੱਥ ਵਿੱਚ ਹੈ ਸ਼ਸਤਰ ਉਸੇ ਦਾ ਹੈ। ਇਸ ਕਰਕੇ ਗੁਰਦੇਵ ਨੇ ਸਾਨੂੰ ਭਗਉਤੀ ਗਾਤਰੇ ਕਰਾਈ, ਸ਼ਸਤਰਧਾਰੀ ਬਣਾਇਆ ਕਲਗੀਆਂ ਵਾਲੇ ਪਾਤਸ਼ਾਹ ਨੇ। ਇਸ ਕਰਕੇ ਭਾਈ ਇਹ ਬੇਮਮੂਲੇ ਸ਼ੰਕੇ ਨਹੀਂ ਕਰਨੇ ਚਾਹੀਦੇ ਕਿ ਪਿੱਛੇ ਜੀ ਕਿਸੇ ਸਿੰਘ ਦੇ ਕੋਲ ਗੁਰਜ ਸੀ, ਉਸ ਗੁਰਜ ਨੂੰ ਵੇਖ ਕੇ ਕਈਆਂ ਨੇ ਸ਼ੰਕਾ ਕੀਤਾ, ਫੋਟੋ ਦੇ ਉੱਤੇ ਵਾਇਰਲ ਕਰਕੇ ਆਖਿਆ ਜੀ ਇਹ ਗੁਰਜ ਜਿਹੜੀ ਹੈ ਇਹ ਤਾਂ ਹਿੰਦੂਆਂ ਦੀ ਹੁੰਦੀ ਹੈ ਜੀ, ਇਹ ਤਾਂ ਭੀਮ ਦੀ ਹੈ ਜੀ, ਜਾਂ ਫਲਾਣੇ ਦੀ ਹੈ ਜੀ, ਇੱਦਾਂ ਕਹਿ ਦਿੰਦੇ ਹਨ। ਗੁਰੂ ਖਾਲਸਾ ਜੀ ਗੁਰਜ ਵੀ ਪੁਰਾਣੇ ਸ਼ਸਤਰਾਂ ਦੇ ਵਿੱਚ ਆਉਂਦੇ ਹਨ। ਬਹੁਤ ਸਾਰੇ ਗੁਰਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੱਥਾਂ ਦਾ ਇੱਕ ਗੁਰਜ ਹੈ, ਜਿਹੜਾ ਮਾਤਾ ਸੁੰਦਰੀ ਜੀ ਨੇ ਸੁਲਤਾਨੇ ਉਲ ਕੌਮ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਪੰਜਵੇਂ ਤਖਤ ਦੇ ਚੌਥੇ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਨੂੰ ਬਖਸ਼ਿਸ਼ ਕੀਤਾ ਸੀ। ਉਹ ਗੁਰਜ ਵੀ ਸੀ, ਉਹ ਵੀ ਗੁਰਜ ਸੀ, ਕਲਗੀਧਰ ਪਾਤਸ਼ਾਹ ਜੀ ਦੀ ਗੁਰਜ ਸੀ, ਜਿਹੜੀ ਮਾਤਾ ਸੁੰਦਰੀ ਜੀ ਨੇ ਦਿੱਤੀ ਅੱਗੇ ਬਾਬਾ ਜੱਸਾ ਸਿੰਘ ਜੀ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਇੱਕ ਜੀਭਾ ਦੇ ਨਾਲ ਬਿਆਨ ਨਹੀਂ ਹੋ ਸਕਦੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹੋਰ ਸਿਫਤਾਂ ਆਪਾਂ ਅਗਲਿਆਂ ਪ੍ਰਸੰਗਾਂ ਦੇ ਵਿੱਚ ਵਿਚਾਰਾਂਗੇ। ਕਥਾ ਦੀ ਹਾਜ਼ਰੀ ਭਰਦਿਆਂ, ਵਿਚਾਰਾਂ ਕਰਦਿਆਂ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਸਿਫਤਾਂ ਕਰਦਿਆਂ, ਗੁਰੂ ਕੇ ਲਾਲਾਂ ਦੀਆਂ ਸਿਫਤਾਂ ਕਰਦਿਆਂ, ਉਹਨਾਂ ਦਾ ਇਤਿਹਾਸ ਵਰਣਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਗੱਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।